मेरे नाल 2-4 साल ठीक रहे हैं, लेकिन मेरी बेटी ਨੂੰ बहुत ज़्यादा ਇਹਦੀ ਮਦਰ ਇਨ ਲਾ ਇਹਦੀ ਟੌਰਚਰ ਬਹੁਤ ਕਰਨ ਲੱਗ ਗਏ। ਇੱਥੋਂ ਤੱਕ ਕਿ ਫਿਰ ਉਹਨਾਂ ਨੇ ਇਹਨੂੰ ਕੁੱਟਣਾ ਸ਼ੁਰੂ ਕਰਤਾ। ਇੰਨਾ ਮਾਰਿਆ ਮੇਰੀ ਬੇਟੀ ਨੂੰ। ਮੈਂ 2:30 ਵਜੇ ਰਾਤੀ ਲੈਣ ਆਈ ਉਹਨੂੰ। ਇਹਦੀ ਮਦਰ ਇਨ ਲਾ ਨੂੰ ਟੌਰਚਰ ਬਹੁਤ ਕਰਨ ਲੱਗ ਗਏ। ਉਹਨਾਂ ਨੇ ਇਹਦੇ ਤੇ ਹੱਥ ਚੱਕਣਾ ਸ਼ੁਰੂ ਕਰਤਾ। ਇਹਨੂੰ ਕੁੱਟਿਆ ਇੰਨਾ ਕੁੜੀ ਨੂੰ। ਮੈਂ ਫਿਰ ਲੈਣ ਆਈ, ਕੁੜੀ ਨੂੰ ਲੈ ਕੇ ਗਈ ਹਾਂ ਔਰ 6 ਮਹੀਨਿਆਂ ਬਾਅਦ ਫਿਰ ਹਸਬੈਂਡ ਨੇ ਇਹਨੂੰ ਉੱਤੇ ਬੈਠ ਕੇ ਇੰਨਾ ਕੁੱਟਿਆ ਦੀ ਕਮਰ ਤੋੜਤੀ। ਇੰਨਾ ਮਾਰਿਆ ਮੇਰੀ ਬੇਟੀ ਨੂੰ। ਦੇਖੋ ਲਹੂ ਚੜਾ ਰਿਹਾ। ਹਾਂਜੀ ਹਾਂਜੀ, ਆ ਲਾਸਟ 2 ਸਾਲ ਪਹਿਲੇ। ਹਾਂਜੀ, ਫਿਰ ਮੇਰੀ ਬੇਟੀ ਦੇਖੋ, ਤੁਸੀਂ ਦੇਖੋ ਇੰਨੇ ਬੱਚੇ ਲੈ ਕੇ ਫਿਰ ਆਈ ਹੈ। तो 2 साल पहला मैनू घरों मार कुट के भेजा गया। बहुत बुरी तरह मैनू मारिया सी। फिर थाने च मैं गई हाँ, कंप्लेंट भी की। उन्होंने भी कोई सुनवाई नहीं की, पर उन्होंने कंप्लेंट की, पर वो भी उत्थे आंदे सी, कहंदे सी असीं जी नहीं रही रखनी नहीं है, इन्हें नहीं लैके जाना असीं। ਉਹ ਪਤਾ ਵੀਡੀਓ ਦਾ ਠੀਕ ਹੈ, ਚਲੋ ਸ਼ੋਅ ਕਰਤੀ ਜਿਵੇਂ ਵੀ ਹੈ, ਲੜਾਈ ਝਗੜਾ ਕਰਤਾ ਸ਼ੋਅ ਤਾਂ ਲੱਗ ਪਹਿਲਾਂ ਦੀ ਹੈਗੀ ਹੀ ਨਹੀਂ ਜੀ ਵੀਡੀਓ। ਸਾਰਾ ਕੁਝ ਹੋਊਗਾ ਇਹਨਾਂ ਕੋਲੇ। ਮੁੰਡੇ ਦਾ ਆਰਡਰ ਮੁੰਡੇ ਕੋਲ ਜਾਣ, ਅਸੀਂ ਤਾਂ ਕਹਿੰਦੇ ਜਾਓ ਉਹਨੂੰ ਫੜੋ ਜਿੱਥੇ ਹੈਗਾ। ਬੱਚੇ ਨੂੰ ਕੀ ਕਰਾਂ ਮੈਂ ਇਕੱਲੀ ਜਾਨੀ ਕੀ ਕਰਾਂ। ਹੁਣ ਉਹਨੂੰ ਆਪਣਾ ਹੱਕ ਅਸੀਂ ਦਿਵਾਉਣ ਵਾਸਤੇ 1 ਸਾਲ ਹੋ ਗਿਆ ਕੋਰਟ ਦੇ ਧੱਕੇ ਖਾਂਦਿਆਂ ਨੂੰ। ਪੂਰਾ 1 ਸਾਲ ਹੋ ਗਿਆ ਸਾਨੂੰ। ਉਹਨਾਂ ਦੀ ਕੰਮ ਵਾਲੀ ਬਾਹਰ ਆਈ ਹੈ। ਅਸੀਂ ਕੰਮ ਵਾਲੀ ਨੂੰ ਬਹੁਤ ਕਿਹਾ ਕਿ ਖੋਲੋ, ਕਹਿੰਦੀ ਮੇਰੇ ਪਾਸ ਚਾਬੀ ਨਹੀਂ ਹੈ, ਮੈਂ ਨਹੀਂ ਖੋਲ ਸਕਦੀ। ਆ ਲਾਸਟ ਦੇ ਵਿੱਚ ਦੇਖੋ ਕੰਮ ਵਾਲੀ ਟੱਪ ਕੇ ਉਹਨਾਂ ਦੀ ਬਾਹਰ ਆਈ ਹੈ। 4:15 ਵਜੇ ਅਸੀਂ ਜਦ ਆਏ ਹਾਂ, ਨਹੀਂ 7 ਤਰੀਕ ਨੂੰ, ਅਸੀਂ 7 ਤਰੀਕ ਦੇ ਆ ਰਹੇ ਹਾਂ ਇੱਥੇ। ਲਗਾਤਾਰ ਸਾਨੂੰ ਇਹ ਗੇਟ ਨਹੀਂ ਖੋਲ ਰਹੇ, ਗੇਟ ਬੰਦ ਹੈ। मैं ही सोचा बैल मारी है उम्मीद नाल कि मैं अपने बच्चे लेके आई, तुसीं अंदर करोगे, पर मैनू की पता सी लॉक करके चले जाएंगे। जी एक्चुअली मेरी मैरिज 2013 च हुई सी, ते मतलब ठीक है इनिशियल स्टार्टिंग ईयर्स च मेरी मैरिज ठीक चलती रही है। मेरे 2 बच्चे हुए हैं 2 साल दे विच ही। ते पर कॉन्फ्लिक्ट्स जिवें कह लो घर दे विच होंदे रहे। मेरी मदर इन लॉ दी इनवॉल्वमेंट बहुत ज़्यादा सीगी मेरे घर दे विच। ते पर मतलब हर चीज़ च मैनू टॉर्चर करते रहे। मैं बर्दाश्त करती रही हाँ। मैं कि नहीं मेरे बच्चे हो गए, मैं कित्थे जाऊँगी, बिकॉज मेरे फादर भी नहीं है। मेरे दादा जी ने बहुत मुश्किल नाल मैरिज की सी। उस तो बाद ठीक है मैं हर चीज़ मैनेज करती रही हाँ। करते करते इन्नी ज़्यादा हालात ख़राब हो गए मेरे, बहुत ज़्यादा। उस तो 2 साल पहला मैनू घरों मार कुट के भेजा गया। बहुत बुरी तरह मैनू मारिया सी। फिर थाने च मैं गई हाँ, कंप्लेंट भी की। उन्होंने भी कोई सुनवाई नहीं की, पर उन्होंने कंप्लेंट की, पर वो भी उत्थे आंदे सी, कहंदे सी असीं जी नहीं रही रखनी नहीं है, इन्हें नहीं लैके जाना असीं इहनूं बाहर लैके देना किते। पर फिर भी उत्थे ऐदां ही लड़ाइयां चलदियां रहियां। फिर उस तो बाद कुछ भी नहीं बनिया। बहुत जने विच पए, बहुत जने, पर इन्हां ने किसी दी भी नहीं सुनी। उस तो बाद मैरिज जो हुई सी भैणे उस समय की किया गया सीगा? ਜਦੋਂ ਮੈਰਿਜ ਹੋਈ ਸੀ, ਜੋ ਬਾਨੀਆਂ ਦੇ ਵਿੱਚ ਐਕਚੁਅਲੀ ਹੁੰਦਾ ਹੈ ਕਿ ਹਾਂ ਅੱਛੀ ਮੈਰਿਜ ਦਾ, ਮੇਰੇ ਘਰਦਿਆਂ ਨੇ ਆਪਣੀ ਉੱਪਰ ਹੋ ਕੇ ਸਾਰਾ, ਮੇਰੇ ਦਾਦਾ ਜੀ ਸੀਗੇ ਉਦੋਂ, ਮੇਰੇ ਦਾਦਾ ਜੀ ਨੇ ਉਸ ਤੋਂ ਬਾਅਦ 50 ਲੱਖ ਰੁਪਈਸ ਦੀ ਇਹਨਾਂ ਨੇ ਕਿਹਾ ਸੀਗਾ। ਤੇ ਮੰਮਾ ਉਹਨਾਂ ਨੇ ਸਭ ਦੋਨਾਂ ਨੇ ਕਿਹਾ ਕਿ ਨਹੀਂ ਚਲੋ ਸੁਖੀ ਰਹੇਗੀ, ਕੋਈ ਗੱਲ ਨਹੀਂ। ਕਿਸ ਚੀਜ਼ ਦਾ 50 ਲੱਖ ਰੁਪਇਆ ਕਿਹਾ? ਕਹਿੰਦੇ ਸਾਡੇ ਬਾਨੀਆਂ ਦੇ ਵਿੱਚ ਹੁੰਦਾ ਹੈ ਸਾਰਿਆਂ ਨੂੰ ਦੇਣਾ। ਇਹਨਾਂ ਨੇ ਸਾਰਿਆਂ ਨੂੰ ਮਿਲਣੀਆਂ ਵਗੈਰਾ ਦੇਣੀਆਂ ਸੀ, ਸਭ ਕੁਝ ਕਰਨਾ ਸੀ, ਕਾਰਡ ਲੈਣੀ ਸੀਗੀ, ਸਭ ਕੁਝ। ਤੇ ਉਹ ਕੀਤਾ ਮੇਰੇ ਘਰਦਿਆਂ ਨੇ, ਪਤਾ ਨਹੀਂ ਕਿੱਦਾਂ ਕਰਕੇ ਸਭ ਕੁਝ ਕੀਤਾ। ਮੇਰੇ ਦਾਦਾ 50 ਲੱਖ ਰੁਪਏ ਕੀ ਦਿੱਤਾ ਉਹਨਾਂ ਨੂੰ? ਕੀ ਇਹਨਾਂ ਦੇ ਅਰਮਾਨ ਪੂਰੇ ਕੀਤੇ? ਅਸੀਂ ਇਹਨਾਂ ਨੂੰ 2 ਗੱਡੀਆਂ ਦਿੱਤੀਆਂ ਸੀ, ਤੇ ਉਸ ਤੋਂ ਬਾਅਦ ਜੁਐਲਰੀ ਦਿੱਤੀ ਸੀ, ਕੈਸ਼ ਵਗੈਰਾ ਜਿਵੇਂ ਉਹਦਾ ਹੁੰਦਾ ਸਗਨ ਹੁੰਦੇ ਹੈ, ਟਿੱਕਾ ਵਗੈਰਾ ਹੁੰਦੇ ਆ ਇਹਨਾਂ ਦੇ ਵਿੱਚ। ਮਤਲਬ ਮੇਰੇ ਹਸਬੈਂਡ ਨੂੰ ਕੜਾ ਪਾਇਆ ਉਸ ਟਾਈਮ, ਮੁੰਦਰੀ ਵਗੈਰਾ, ਜੋ ਇਹਨਾਂ ਨੇ ਕਿਹਾ ਸਾਨੂੰ ਕਿ ਇਹਨਾਂ ਨੇ ਇੱਦਾਂ ਕਰਵਾਉਣਾ, ਸਭ ਕੁਝ ਕੀਤਾ ਅਸੀਂ ਇਹਨਾਂ ਦੇ ਕਹੇ। ਸਾਲ ਬਾਅਦ ਤੰਗ ਕਰਨਾ ਸ਼ੁਰੂ ਕਰ ਦਿੱਤਾ? ਆਹੀ ਤੇ ਕਹਿ ਲਓ ਮੇਰੇ 2 ਸਾਲ ਦੇ ਵਿੱਚ ਤਾਂ ਮੇਰੇ ਬੱਚੇ ਹੀ ਹੋਏ ਆ 2 ਸਾਲ। ਤੇ ਉਸ ਤੋਂ ਬਾਅਦ ਮੈਨੂੰ ਮਤਲਬ ਮੇਰੀ ਮਦਰ ਇਨ ਲॉ ਪੋਕ ਕੀ ਕਰਦੇ ਸੀਗੇ, ਬਾਰ-ਬਾਰ ਕਹਿੰਦੇ ਹੁੰਦੇ ਸੀਗੇ ਕਿ ਉਹਨਾਂ ਨੇ ਕੋਈ ਵਿਆਹ ਕੀਤਾ ਹੈ, ਸਾਡੇ ਬਾਨੀਆਂ 'ਚ ਤਾਂ ਇੱਦਾਂ ਹੁੰਦਾ ਹੈ, ਸਾਡੇ ਬਾਨੀਆਂ 'ਚ ਉੱਦਾਂ ਹੁੰਦਾ ਹੈ। ਤੇ ਮੈਂ ਮੰਮਾ ਨੂੰ ਕਹਿੰਦੀ ਸੀ, ਮੈਂ ਕਿਹਾ ਮੰਮਾ ਪਲੀਜ਼ ਤੁਸੀਂ ਕਿਵੇਂ ਵੀ ਕਰਕੇ ਪਲੀਜ਼ ਦੇ ਕੇ ਜਾਓ ਮੈਨੂੰ। ਮੈਂ ਮਤਲਬ ਮੈਨੂੰ ਬਹੁਤ ਟੌਰਚਰ ਕਰਦੇ ਸੀ। ਮੈਂ ਬਰਦਾਸ਼ਤ ਕਰਦੀ ਰਹੀ। ਮੈਂ ਕਿਹਾ ਨਹੀਂ ਹੁਣ ਠੀਕ ਹੋ ਜਾਣਗੇ। ਪਹਿਲਾਂ ਜਦੋਂ ਮੇਰਾ ਬੇਟਾ ਹੋਇਆ ਉਦੋਂ ਕਹਿੰਦੀ ਨਹੀਂ ਸਾਡੇ ਨਾ ਇੱਥੇ ਰਿਵਾਜ ਹੈ, ਉੱਥੇ ਜਾ ਕੇ ਹੁੰਦਾ ਹੈ। ਮੈਂ ਆਪਣਾ ਬੇਟਾ ਉੱਧਰ ਹੋਇਆ, ਮੇਰੀ ਮੰਮਾ ਨੇ ਹੌਸਪੀਟਲ ਦਾ ਵੀ ਬਿੱਲ ਭਰਿਆ ਕਿਵੇਂ ਵੀ ਕਰਕੇ। ਫਿਰ ਉਸ ਤੋਂ ਬਾਅਦ ਮੈਂ ਕਿਹਾ ਚੱਲ ਬੇਟਾ ਹੋਇਆ, ਬਾਨੀਆਂ ਦੇ ਵਿੱਚ ਮੁੰਡਾ ਆਉਂਦਾ ਨਾ, ਸਭ ਕੁਝ ਠੀਕ ਹੋ ਜਾਏਗਾ। ਪਰ ਨਹੀਂ, ਹਾਲਾਤ ਅੱਗੇ ਵੱਧਦੇ ਹੀ ਗਏ, ਖਰਾਬ ਹੀ ਹੁੰਦੇ ਰਹੇ। ਫਿਰ ਮੇਰੇ ਬ੍ਰਦਰ ਦਾ ਮਤਲਬ ਮੇਰੇ ਬ੍ਰਦਰ ਵੀ ਕੰਮ 'ਚ ਪਿਆ ਉਹਨਾਂ ਦੇ ਨਾਲ।
ਉਹਦੇ ਵੀ ਪੈਸੇ ਨਹੀਂ ਇਹਨਾਂ ਨੇ ਵਾਪਸ ਕੀਤੇ। ਘਰ ਦੇ ਵਿੱਚ ਹੋਰ ਕਲੇਸ਼ ਵਧੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੇ ਭਰਾ ਨੇ ਕੰਮ ਕਰਵਾਇਆ, ਤੁਸੀਂ ਉਹਨਾਂ ਨੇ ਕੀਤਾ, ਪਲੀਜ਼ ਉਹਨਾਂ ਦੇ ਵੀ ਪੈਸੇ ਮੋੜ ਦਿਓ। ਪਰ ਇਹਨਾਂ ਨੇ ਉਹਨਾਂ ਦੇ ਵੀ ਪੈਸੇ ਨਹੀਂ ਦਿੱਤੇ। ਲੇਕਿਨ ਅੱਜ ਪਰਿਵਾਰ ਦੇ ਘਰ ਦੇ ਬਾਹਰ ਖੜੇ ਹੋਏ ਹੋ, ਕਿੰਨੇ ਕੁ ਇਵਨ ਆ ਦੇਖੋ ਤੁਸੀਂ, ਮੈਂ 2 ਸਾਲ ਪਹਿਲਾਂ ਜਦੋਂ ਇਹਨਾਂ ਨੇ ਮੈਨੂੰ ਕੱਢਿਆ, ਮੈਂ ਇੱਥੇ ਨਹੀਂ ਆਈ। ਮੈਂ ਕਿਹਾ ਨਹੀਂ, ਮੈਂ ਕੋਰਟ 'ਚ ਤਾਂ ਗਈ ਕਿ ਮੈਨੂੰ ਇਨਸਾਫ ਮਿਲੇ ਕਿਤੋਂ, ਕਿਉਂਕਿ ਆਰਡਰ ਕੀ ਆਏ ਨੇ ਜੋ ਹੱਥਾਂ ਦੇ ਵਿੱਚ ਨੇ? ਮੈਨੂੰ ਆਰਡਰ ਇਹ ਆਏ ਹੈ ਕਿ ਮੈਨੂੰ ਘਰ 'ਚ ਜਾਣ ਦੀ ਪਰਮਿਸ਼ਨ ਮਿਲੀ ਹੋਈ ਹੈ। ਸ਼ੇਅਰ ਹਾਊਸ ਹੋਲਡ ਦੇ ਵਿੱਚ, ਮੈਟਰੀਮੋਨੀਅਲ ਹਾਊਸ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਪਰਮਿਸ਼ਨ ਦਿੱਤੀ ਕਿ ਤੁਸੀਂ ਰਹਿ ਸਕਦੇ ਹੋ, ਤੁਹਾਡਾ ਰਾਈਟ ਹੈ, ਰਾਈਟ ਆਫ ਰੈਜ਼ੀਡੈਂਸ ਰਾਈਟ ਮਿਲਿਆ ਮੈਨੂੰ ਰਹਿਣ ਦਾ। ਇਹ ਜੋ ਲਿਖਿਆ ਹੋਈਆਂ ਹਾਂਜੀ। ਜੋ ਮੈਟਰ ਸਾਰਾ ਲਿਖਿਆ, ਹਾਂਜੀ। ਇਹ ਥੋੜਾ ਪੜ੍ਹ ਕੇ ਸੁਣਾਓਗੇ? ਹਾਂਜੀ, ਇਹਨਾਂ ਨੇ ਮੈਨੂੰ ਇਹ ਕਿਹਾ ਹੈ ਕਿ ਮੈਨੂੰ ਮੈਟਰੀਮੋਨੀਅਲ ਹਾਊਸ ਦੇ ਵਿੱਚ ਮੈਨੂੰ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਕਿ ਰਿਸਪੋਂਡੈਂਟ ਨੰਬਰ 1 ਨੂੰ ਡਾਇਰੈਕਸ਼ਨ ਦਿੱਤੀ ਹੈ, ਯਾਨੀ ਕਿ ਮੇਰੇ ਹਸਬੈਂਡ ਨੂੰ, ਕਿ ਮੈਨੂੰ ਘਰ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਰਹਿਣ ਦੀ ਵਿਦ ਮਾਈ ਚਿਲਡਰਨ, ਬੇਸਿਕ ਅਮੈਨਿਟੀਜ਼ ਆਫ ਲਾਈਫ, ਉਹਨਾਂ ਨੂੰ ਸਾਰੀ ਜ਼ਰੂਰਤਾਂ ਦੇ ਨਾਲ। ਤੇ ਮੈਨੂੰ ਖਰਚਾ ਵੀ ਲੱਗਿਆ ਹੈ 10,000 ਦਾ, ਤੇ ਨਾਲ ਫੀਸ ਵਗੈਰਾ ਉਹ ਪੇ ਕਰ ਰਹੇ, ਉਹ ਜਿਹੜੀ ਉਹ ਕਰ ਰਹੇ ਉਹ ਕਰੇਗਾ। ਲੇਕਿਨ ਤੁਸੀਂ ਅੱਜ ਬਾਹਰ ਨੂੰ ਖੜੇ ਹੋ, ਅੰਦਰ ਘਰ ਦੇ ਵਿੱਚ ਲਾਈਟਾਂ ਤੱਕ ਬੰਦ ਹੈਗੀਆਂ ਨੇ, ਹਾਂਜੀ। ਤੁਸੀਂ ਅੰਦਰ ਕਿਸ ਤਰ੍ਹਾਂ ਜਾਓਗੇ? ਕਿ ਕੋਰਟ ਨੇ ਤਾਂ ਆਰਡਰ ਕਰ ਦਿੱਤੇ ਨੇ ਕਿ ਪੁਲਿਸ ਪ੍ਰੋਟੈਕਸ਼ਨ ਮੈਂ ਆਈ ਹਾਂ ਇੱਧਰ, ਜਦੋਂ ਮੈਨੂੰ ਆਰਡਰ ਹੋਇਆ ਮੈਂ ਆਈ ਹਾਂ ਘਰ, ਉਦੋਂ ਵੀ ਲੋਕ ਸੀਗਾ ਡੋਰ, ਪਤਾ ਨਹੀਂ ਲੋਕ, ਮੈਂ ਆਈ ਹਾਂ ਲੋਕ ਖੋਲ ਹੀ ਨਹੀਂ ਰਹੇ ਸੀ, ਮੈਂ ਬੈਲ ਮਾਰੀ ਹੈ, ਮੇਰੇ ਬੱਚਿਆਂ ਨੇ ਵੀ ਕਿਹਾ। ਅਸੀਂ ਆਏ ਆ ਬੱਚਿਆਂ ਨੂੰ ਲੈ ਕੇ ਜਦ ਜਿਸ ਦਿਨ ਸਾਨੂੰ 31 ਤਰੀਕ ਨੂੰ ਆਰਡਰ ਹੋਏ ਨੇ ਕੋਰਟ ਵੱਲੋਂ ਜਦੋਂ ਸਾਨੂੰ ਆਰਡਰ ਹੋਏ ਨੇ, ਸਾਨੂੰ ਆਰਡਰ ਦੀ ਕਾਪੀ ਮਿਲਣ ਲੱਗਿਆ 2-3 ਦਿਨ ਲੱਗੇ। ਅਸੀਂ ਕਾਪੀ ਲੈ ਕੇ ਆਏ ਆ 7 ਤਰੀਕ ਨੂੰ ਇੱਥੇ ਫਸਟ ਟਾਈਮ ਤੇ ਲੈ ਕੇ ਆਏ ਆ ਅਸੀਂ ਆਰਡਰ। ਜਦ ਬੱਚਿਆਂ ਨੂੰ ਅਸੀਂ ਲੈ ਕੇ ਆ ਕੇ ਅਸੀਂ ਬੱਚਿਆਂ ਨੂੰ ਇੱਥੇ ਐਂਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਐਸੀ ਐਂਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਬੈਲ ਮਾਰੀ, ਉਹਨਾਂ ਦੀ ਕੰਮ ਵਾਲੀ ਬਾਹਰ ਆਈ ਕਿ ਉੱਥੇ ਕੋਈ ਵੀ ਨਹੀਂ ਹੈਗਾ। ਹਾਂਜੀ, ਵੀਡੀਓ ਦਿਖਾਣਾ ਮੈਂ ਤੁਹਾਨੂੰ, ਆਹ ਦੇਖੋ ਉਹਨਾਂ ਦੀ ਕੰਮ ਵਾਲੀ ਬਾਹਰ ਆਈ ਹੈ। ਅਸੀਂ ਕੰਮ ਵਾਲੀ ਨੂੰ ਬਹੁਤ ਕਿਹਾ ਕਿ ਖੋਲੋ, ਕਹਿੰਦੀ ਮੇਰੇ ਪਾਸ ਚਾਬੀ ਨਹੀਂ ਹੈ, ਮੈਂ ਨਹੀਂ ਖੋਲ ਸਕਤੀ। ਆ ਲਾਸਟ ਦੇ ਵਿੱਚ ਦੇਖੋ ਕੰਮ ਵਾਲੀ ਟੱਪ ਕੇ ਉਹਨਾਂ ਦੀ ਬਾਹਰ ਆਈ ਹੈ। 4:15 ਵਜੇ ਅਸੀਂ ਜਦ ਆਏ ਆ, ਅੱਜ ਨਹੀਂ 7 ਤਰੀਕ ਨੂੰ, ਅਸੀਂ 7 ਤਰੀਕ ਦੇ ਆ ਰਹੇ ਆ ਇੱਥੇ ਲਗਾਤਾਰ। ਸਾਨੂੰ ਇਹ ਗੇਟ ਨਹੀਂ ਖੋਲ ਰਹੇ, ਗੇਟ ਬੰਦ ਹੈ। ਤੇ ਅਸੀਂ ਸਿਰਫ, ਸਾਨੂੰ ਕੁਝ ਨਹੀਂ ਸਾਨੂੰ ਚਾਹੀਦਾ, ਸਾਨੂੰ ਸਾਡੀ ਬੇਟੀ ਨੂੰ ਆਰਾਮ ਨਾਲ ਵਾੜਨ। ਇਹਨੂੰ ਨਹੀਂ ਵਾੜਦੇ ਆਰਾਮ ਨਾਲ ਤਾਂ ਅਸੀਂ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਫਿਰ ਜੋ ਬੰਦੀ ਹੋਏਗੀ ਉਹ ਕਰਾਂਗੇ। ਪਰ ਉਹ ਕਾਨੂੰਨੀ ਕਾਰਵਾਈ ਕੀ ਕਰਾਂਗੇ, ਕੋਈ ਕਿ ਸਾਨੂੰ ਸਿਰਫ ਅਸੀਂ ਚਾਹੀਦਾ ਕਿ ਆਪਣੇ ਜਿਹੜੇ ਨੂੰ ਹਾਊਸ ਹੋਲਡ ਮਿਲਿਆ ਉਹਦੇ ਵਿੱਚ ਜਾਵੇ। ਆ ਦੇਖੋ ਇਹਨਾਂ ਦੇ ਫਾਦਰ ਇਨ ਲਾਅ ਨੂੰ ਵੀ ਅਸੀਂ ਕਾਲ ਕੀਤਾ, ਫਾਦਰ ਇਨ ਲਾਅ ਨੇ ਕਿਹਾ ਕਿ ਮੈਂ ਆ ਰਿਹਾ। 2 ਬੱਚੇ ਬੈਠੇ ਹੋਏ ਇੱਥੇ ਕਿ ਅਸੀਂ ਆ ਰਹੇ ਹਾਂ। ਇਹ ਸਾਨੂੰ ਕਹਿੰਦੇ ਮੈਂ ਆ ਰਿਹਾ। ਇਹ ਤੁਹਾਡੇ ਵਕੀਲ ਨੇ? ਨਹੀਂ, ਇਹ ਸਾਡੇ ਵਕੀਲ ਨਹੀਂ ਹੈਗੇ, ਸਾਡੇ मतलब वकील साहब उस टाइम आए थे, उन्होंने जूनियर वकील ने आ देखो उन्होंने जी बिल्कुल कितना सर आप बताओ, हम अभी कल करते ने, पर कल के बावजूद भी इतने इन्ने दिनों तो नहीं है। पुत्र बच्चे किन्ने समय तो रह रहे सीगे? कब से रह रहे हो रुद्रांश? बोलो बेटा, कब से रह रहे हो बेटा? कितनी देर होगी आपको वहाँ गए हुए हो आप मामू उधर घर? कितने साल हो गए? 2 साल। 2 साल से 2 साल पहले यहीं पे रहते थे? तो कैसा बिहेवियर था आपके फादर का? पापा क्या करते थे बेटा? डरना नहीं रुद्रांश, घबराना। मम्मा को क्या करते थे? जैसे उस दिन मम्मा को मार के जब हम लेने आए थे घर से। ਚਲੋ ਬੱਚੇ ਤਾਂ ਸਹਿਮੇ ਹੋਏ ਨੇ, ਤੁਸੀਂ ਮਦਰ ਹੋ ਤੇ ਤੁਸੀਂ ਕੀ ਸੋਚਿਆ ਸੀਗਾ ਕਿ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ, ਆਪਣੀ ਮਰਜ਼ੀ ਨਾਲ ਵਿਆਹ ਕਰਾਇਆ, ਲੇਕਿਨ ਜਦੋਂ ਮਰਜ਼ੀ ਨਾਲ ਵਿਆਹ ਕਰਾਇਆ ਉਸ ਤੋਂ ਬਾਅਦ ਕਿੰਨੀਆਂ ਕੁ ਪਰੇਸ਼ਾਨੀਆਂ ਨੇ ਤੁਹਾਡੇ ਨਾਲ ਦੱਸੀਆਂ? ਬਿਲਕੁਲ ਜੀ, ਉਹਨਾਂ ਨੇ ਆਪਣੀ ਮਰਜ਼ੀ ਨਾਲ ਸੀਗਾ, ਚਲੋ ਬੱਚਾ ਠੀਕ ਹੈ, ਸਾਨੂੰ ਵੀ ਠੀਕ ਲੱਗਾ, ਚਲੋ ਅਸੀਂ ਮਰਜ਼ੀ ਨਾਲ ਕਰਤੀ ਮੈਰਿਜ। ਉਸ ਤੋਂ ਬਾਅਦ ਸਾਡੇ ਨਾਲ 2-4 ਸਾਲ ਠੀਕ ਰਹੇ ਆ, ਲੇਕਿਨ ਮੇਰੀ ਬੇਟੀ ਨੂੰ ਬਹੁਤ ਜ਼ਿਆਦਾ ਇਹਦੀ ਮਦਰ ਇਨ ਲਾ ਇਹਦੀ ਟੌਰਚਰ ਬਹੁਤ ਕਰਨ ਲੱਗ ਗਏ। ਇੱਥੋਂ ਤੱਕ ਕਿ ਫਿਰ ਉਹਨਾਂ ਨੇ ਇਹਨੂੰ ਕੁੱਟਣਾ ਸ਼ੁਰੂ ਕਰਤਾ, ਇੰਨਾ ਮਾਰਿਆ ਮੇਰੀ ਬੇਟੀ ਨੂੰ। ਮੈਂ 2:30 ਵਜੇ ਰਾਤੀ ਲੈਣ ਆਈ ਉਹਨੂੰ, ਨਹੀਂ ਬਿਲਕੁਲ, ਲੇਕਿਨ ਇੰਨਾ ਮਾਰਿਆ ਮੇਰੀ ਬੇਟੀ ਨੂੰ। ਦੇਖੋ ਤੁਸੀਂ ਲਹੂ ਜਿਹੜਾ ਆ ਰਿਹਾ। ਹਾਂਜੀ ਆ ਲਾਸਟ 2 ਸਾਲ ਪਹਿਲੇ। बट साडी कोई सुनवाई नहीं हुई। ਫਿਰ ਮੇਰੀ ਬੇਟੀ ਦੇਖੋ, ਤੁਸੀਂ ਦੇਖੋ ਇੰਨੇ ਬੱਚੇ ਲੈ ਕੇ ਫਿਰ ਆਈ ਹੈ। ਫਿਰ ਬੇਟੇ ਨੂੰ ਭਜਾ ਹਾਂ ਹਾਂ ਦੇਖੋ ਤੁਸੀਂ ਇੰਨਾ ਬੁਰਾ ਹਾਲ ਕੀਤਾ। ਜ਼ਰੂਰ ਦੇਈਓ ਸਾਨੂੰ। ਹਾਂਜੀ, ਉਸ ਤੋਂ ਬਾਅਦ ਕੀ ਹੋਇਆ ਕਿ ਮਤਲਬ ਇਹਦੀ ਮਦਰ ਇਨ ਲਾ ਨੂੰ ਟੌਰਚਰ ਬਹੁਤ ਕਰਨ ਲੱਗ ਗਏ। ਉਹਨਾਂ ਨੇ ਇਹਦੇ ਤੇ ਹੱਥ ਚੱਕਣਾ ਸ਼ੁਰੂ ਕਰਤਾ, ਇਹਨੂੰ ਕੁੱਟਿਆ ਇੰਨਾ ਕੁੜੀ ਨੂੰ। ਮੈਂ ਫਿਰ ਲੈਣ ਆਈ, ਕੁੜੀ ਨੂੰ ਲੈ ਕੇ ਗਈ ਹਾਂ, ਔਰ 6 ਮਹੀਨਿਆਂ ਬਾਅਦ ਫਿਰ ਹਸਬੈਂਡ ਨੇ ਇਹਨੂੰ ਉੱਤੇ ਬੈਠ ਕੇ ਇੰਨਾ ਕੁੱਟਿਆ, ਦੀ ਕਮਰ ਤੋੜਤੀ। ਉੱਥੋਂ ਫਿਰ ਜਾ ਕੇ ਅਸੀਂ ਕਲਿਆਣ ਦੇ ਨੂੰ ਮੈਂ ਰਾਤ ਨੂੰ 2:30 ਵਜੇ ਐਡਮਿਟ ਕਰਵਾਇਆ।
ਉੱਥੇ ਜਾ ਕੇ ਵੀ ਫਿਰ ਇਹ ਫੈਸਲਾ ਇਹਨਾਂ ਨੇ ਕਰ ਲਿਆ ਕਿ ਅਸੀਂ ਅੱਗੋਂ ਤੋਂ ਇੱਦਾਂ ਨਹੀਂ ਕਰਾਂਗੇ, ਕੋਈ ਨਹੀਂ, ਸਭ ਠੀਕ ਹੋ ਜਾਊਗਾ। ਅਸੀਂ ਫਿਰ ਵੀ 2 ਬੱਚਿਆਂ ਨੂੰ ਦੇਖਦੇ ਹੋਏ ਫਿਰ ਮੈਨੂੰ ਭੇਜ ਦਿੱਤਾ। ਫਿਰ ਉੱਥੇ ਆਈ ਹੈ ਫਿਰ ਸੱਸ ਟੌਰਚਰ। ਚਲੋ ਘਰ ਦੇ ਵਿੱਚ ਲੜਾਈ ਹਾਂਜੀ, ਹੁੰਦਾ ਰਹਿੰਦਾ ਵਾ, ਲੇਕਿਨ ਹੁਣ ਬੱਚੇ ਨੇ, ਬੱਚੇ ਵੀ ਅੱਗੇ ਬੱਚੇ future ਇਹੀ ਤਾਂ ਗੱਲ ਹੈ ਕਿ ਬੱਚੇ ਕੀ ਸੋਚਣਗੇ। ਹਾਂ, ਅਸੀਂ ਕੀ ਕਸੂਰ ਕੀਤਾ ਤੁਸੀਂ ਦੱਸੋ? ਛੋਟੇ ਛੋਟੇ ਬੱਚਿਆਂ ਨੂੰ 2 ਸਾਲ ਹੋ ਗਏ ਨੇ ਉਧਰ ਵਿਚਾਰੇ ਮੈਂ ਰੱਖੇ ਹੋਏ ਨੇ। ਹੁਣ ਮੈਂ ਵੀ, ਮੇਰਾ ਹਸਬੈਂਡ ਸੀਟ ਤੇ ਨਹੀਂ, ਮੇਰੇ ਬੇਟੇ ਦਾ ਨਵਾਂ ਕੰਮ, ਪਿੱਛੇ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ, ਮੈਂ ਕਿੱਥੋਂ ਰੋਟੀ ਖਵਾਵਾਂ ਬੱਚਿਆਂ ਨੂੰ? ਤੁਸੀਂ ਦੱਸੋ ਬੱਚਿਆਂ ਨੂੰ ਕੀ ਕਰਾਂ ਮੈਂ ਇਕੱਲੀ ਜਾਨੀ ਕੀ ਕਰਾਂ? ਹੁਣ ਉਹਨੂੰ ਆਪਣਾ ਹੱਕ ਸੀ ਦਿਵਾਉਣ ਵਾਸਤੇ 1 ਸਾਲ ਹੋ ਗਿਆ ਕੋਰਟ ਦੇ ਧੱਕੇ ਖਾਂਦਿਆਂ ਨੂੰ, ਪੂਰਾ 1 ਸਾਲ ਹੋ ਗਿਆ ਸਾਨੂੰ। ਤੁਹਾਡੇ ਕੋਲ ਐਸਐਚਓ ਨਾਲ ਗੱਲਬਾਤ ਹੋਈ ਤੁਹਾਡੀ? ਹਾਂਜੀ, ਸਾਡੀ ਐਸਐਚਓ ਨਾਲ ਗੱਲ ਹੋਈ, ਮੈਂ ਜਾ ਕੇ ਵੀ ਆਇਆ। ਮੈਂ ਕਿਹਾ ਐਸਐਚਓ ਮੈਮ ਸਾਨੂੰ ਇੱਦਾਂ ਕੋਰਟ ਵੱਲੋਂ ਆਰਡਰ ਹੋਏ ਨੇ ਕਿ ਤੁਸੀਂ ਪਲੀਜ਼ ਸਾਡੇ ਨਾਲ ਚੱਲੋ। ਉਹ ਕਹਿੰਦੇ ਨੇ ਕਿ ਅਸੀਂ ਨਾਲ ਨਹੀਂ ਜਾਣਾ, ਸਾਨੂੰ ਇਹਦੇ 'ਚ ਇਨਸਟਰਕਸ਼ਨਸ ਨਹੀਂ ਹੈਗੀਆਂ। ਬਟ ਐਸੇ ਕਾਨੂੰਨੀ ਤੌਰ ਤੇ ਸਾਨੂੰ ਜੱਜ ਸਾਹਿਬ ਨੇ ਕਿਹਾ ਕਿ ਤੁਹਾਡਾ ਰਾਈਟ ਹੈ, ਤੁਸੀਂ ਐਸਐਚਓ ਨੂੰ ਲੈ ਕੇ ਜਾ ਸਕਦੇ ਹੋ। ਪਰ ਐਸਐਚਓ ਮੈਮ ਸਾਡੇ ਨਾਲ ਨਹੀਂ ਤੁਰੇ। ਉਹ ਕੁਝ ਰੀਜ਼ਨ ਹੋਏਗਾ ਕਿ ਨਹੀਂ, ਮੈਂ ਜਾਣਦਾ ਕੀ ਰੀਜ਼ਨ ਆ, ਅਸੀਂ ਜਾਣਦੇ ਹਾਂ, ਪਰ ਉਹ ਨਹੀਂ ਆਏ। ਨਹੀਂ ਕਿਸੇ ਰੀਜ਼ਨ ਕਰਕੇ ਨਹੀਂ ਚੱਲੇ ਕਿ ਸਾਨੂੰ ਇਹਦੇ ਤੇ ਨਹੀਂ ਲਿਖਿਆ ਹੋਇਆ। ਚਲੋ ਉਹਨਾਂ ਨੂੰ ਹੋਏਗਾ ਕਿ ਇਹਦੇ ਤੇ ਸਾਨੂੰ ਇਨਸਟਰਕਸ਼ਨਸ ਨਹੀਂ ਹੈਗੀਆਂ, ਇਨਸਟਰਕਸ਼ਨਸ ਨਹੀਂ ਸੀਗੀਆਂ। ਅਸੀਂ ਚੁੱਪ ਕਰਕੇ ਵਾਪਸ ਆ ਗਏ। ਅਸੀਂ ਆਪਣੇ ਵੱਲੋਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਅਸੀਂ ਸਿਰਫ ਇਹਨੂੰ ਘਰ ਵਸਾਈਏ, ਇਹਦਾ ਅਸੀਂ ਬਸੇਬਾ ਕਰੀਏ। ਇਹ ਲੋਕ ਬੱਚਿਆਂ ਦੀ ਲਾਈਫ ਨਹੀਂ ਦੇਖ ਰਹੇ। ਇਹ ਲੋਕ ਸਾਡੇ ਨਾਲ ਫਾਈਟ ਕਰ ਰਹੇ ਨੇ ਕਿ ਅਸੀਂ ਮਾਂ ਪੁੱਤਰ, ਇਹਨੂੰ ਅਸੀਂ ਬੇਟੀ ਨੂੰ ਕੀ ਸਿਖਾਵਾਂਗੇ? ਅਸੀਂ ਗਲਤ ਸਿੱਖਿਆ ਥੋੜੀ ਨਾ ਦੇਵਾਂਗੇ। ਅਸੀਂ ਸਿਰਫ ਇਹ ਕਵਾਂਗੇ ਕਿ ਤੂੰ ਬੇਟਾ ਆਪਣਾ ਘਰ ਬਸਾ। ਭਗਵਾਨ ਦਾਸ ਜੀ ਗੱਲ ਕਰ ਰਹੇ ਹੋ? ਅਸੀਂ ਹਾਂਜੀ, ਕਿਰਪਾ ਜੀ, ਬੜੀ ਕਿਰਪਾ। ਇਹ ਕਪੂਰ ਸਾਹਿਬ ਮਾਮਲਾ ਦੇਖੋ, ਤੁਹਾਨੂੰ ਵੀ ਪਤਾ, ਦੱਸਤਾ ਉਹਨਾਂ ਨੇ ਜੋ ਵੀ ਹੈ, ਠੀਕ ਹੈ ਨਾ ਜੀ? ਹਾਂਜੀ ਹਾਂਜੀ। ਇੱਕ ਤਰਫਾ ਸੁਣ ਕੇ ਤਾਂ ਹੁੰਦਾ ਨਹੀਂ, ਤਾਂ ਹੀ ਤੁਹਾਨੂੰ ਫੋਨ ਕੀਤਾ ਭਗਵਾਨ ਦਾਸ ਜੀ। ਹਾਂਜੀ ਹਾਂਜੀ ਕਪੂਰ ਸਾਹਿਬ, ਤੇ ਬਾਕੀ ਤਾਂ ਕੋਰਟ 'ਚ ਚੱਲ ਰਿਹਾ ਵਾ, ਜੋ ਵੀ ਹੈ ਕੋਰਟ ਦਾ ਮੈਟਰ ਹੈਗਾ ਜੀ। ਇਹ ਵੈਸੇ ਆਈ ਜਾ ਰਹੇ ਨੇ, ਧੱਕਾ ਕਰ ਰਹੇ ਨੇ ਜੀ ਵੀ ਧੱਕੇ ਨਾਲ ਅਸੀਂ ਅੰਦਰ ਵੜ ਜਾਈਏ। ਹੁਣ ਇਹਨਾਂ ਦੀ ਮਰਜ਼ੀ ਹੈ ਕਿਵੇਂ ਕਰ ਰਹੇ ਨੇ। ਆਰਡਰ ਦੀ ਕਾਪੀ ਤੁਸੀਂ ਪੜ੍ਹੋ ਜਾਂ ਕਿਸੇ ਵਕੀਲ ਨੂੰ ਪੜ੍ਹਾਓ। ਮੁੰਡਾ ਸਾਡਾ ਲੱਗ ਰਹਿੰਦਾ, ਅਸੀਂ ਤਾਂ ਬਜ਼ੁਰਗ ਆ, ਸਾਡੀ ਤਾਂ ਆਪਣੀ ਇੰਨੇ ਬਿਮਾਰ ਆ, ਅਸੀਂ ਤਾਂ ਆਪ ਨਹੀਂ। ਉਹ ਪਰਿਵਾਰ 'ਚ ਤਾਂ ਰਹਿ ਸਕਦੀ ਹੈ। ਇਹ ਘਰ ਮੈਂ ਆਪ ਬਣਾਇਆ ਹੋਇਆ, ਮੇਰੇ ਫਾਦਰ ਸਾਹਿਬ ਨੇ ਨਹੀਂ ਮੈਨੂੰ ਦਿੱਤਾ ਹੋਇਆ। ਅਸੀਂ ਕੋਰਟ ਦੇ ਵਿੱਚ ਲਾ ਚੁੱਕੇ ਆ, ਇਹਨਾਂ ਨੂੰ ਖੜੇ ਆ, ਚਲੋ ਕੋਈ ਨਹੀਂ, ਹਾਂਜੀ, ਸਾਨੂੰ ਕੋਈ ਤਕਲੀਫ ਨਹੀਂ, ਚਲੋ ਕਰ ਰਹੇ ਆ ਜਿਵੇਂ ਵੀ ਕਰੀ ਜਾਂਦੇ ਆ, ਇਹਨਾਂ ਦੀ ਖੁਸ਼ੀ ਆ ਜੀ। ਲੇਕਿਨ ਸਰ ਤੁਸੀਂ ਹੁਣ ਵਿੱਚ ਨਾ ਆਓ, ਜਾਣੀ ਕਿ ਜੋ ਵੀ ਹੈ, ਜੇ ਤੁਸੀਂ ਕੋਈ ਖਬਰ ਵੀ ਲਗਾਣੀ ਹੈ ਜਾਂ ਕਿੱਦਾਂ, ਦੇਖੋ ਗਲਤ ਖਬਰ ਲੱਗੂਗੀ ਸ਼ਾਇਦ, ਫਿਰ ਮੈਨੂੰ ਵੀ ਗੁੱਸਾ ਆਊਗਾ। ਤੁਸੀਂ ਦੇਖੋ ਮਾਨਯੋਗ, ਸਭ ਠੀਕ ਆ, ਇਹ ਵੀ ਸਭ ਠੀਕ ਆ, ਚਲੋ ਸਾਡੀ ਬੇਟੀ ਵੀ ਆ, ਪਰ ਜੋ ਇਹ ਧੱਕਾ ਕਰ ਰਹੇ ਇਹਨਾਂ ਨੂੰ ਬੜਾ ਸਮਝਾ ਕੇ ਮੈਂ ਤਾਂ ਥੱਕ ਗਿਆ ਦੋਨਾਂ ਨੂੰ ਜੀ। ਵੀ ਇਹਨਾਂ ਨੇ ਤਾਂ ਸਾਡੀ ਵੀ ਭੈਣ ਜੋ ਸਾਡੀ, ਮੈਨੂੰ ਇੱਥੇ 55 ਸਾਲ ਹੋ ਗਏ ਰਹਿੰਦੇ ਨੂੰ, ਸਾਡੀ ਇੰਨੀ ਬਦਨਾਮੀ ਕਰਤੀ ਇਹਨਾਂ ਨੇ ਸ਼ਹਿਰ 'ਚ। ਹਾਲੇ ਤਾਂ ਮੈਂ ਆਪ ਹੀ ਨਹੀਂ ਕਹਿੰਦਾ ਵੀ ਬੱਚੇ ਆ, ਚਲੋ ਸੁਧਰ ਜਾਣ, ਕੁਛ ਸ਼ਾਇਦ ਸੁਧਰ ਜਾਣੇ, ਪਰ ਅੱਗੇ ਦੀ ਅੱਗੇ ਸਟੈਪ ਚੱਕੀ ਜਾਂਦੇ ਆ ਵੀ ਬਿਨਾਂ ਮਤਲਬ। ਇਹਨਾਂ ਦੇ ਵਕੀਲ ਨੂੰ ਇਹ ਪੁੱਛੋ ਵੀ ਇਹਦੇ 'ਚ ਮੇਰੇ ਘਰ ਦਾ ਆਰਡਰ ਹੋਇਆ ਕਿ ਉਹਦੇ ਮੁੰਡੇ ਦਾ ਆਰਡਰ? ਮੁੰਡੇ ਕੋਲ ਜਾਣ, ਅਸੀਂ ਤਾਂ ਕਹਿੰਦੇ ਜਾਓ ਉਹਨੂੰ ਫੜੋ ਜਿੱਥੇ ਹੈਗਾ। ਇਹਦਾ ਜੀ ਐਡਰੈਸ ਲਿਖਤਾ ਹੈਗਾ ਵਾ, ਬਿਲਕੁਲ ਤੁਹਾਡੀ ਗੱਲ ਠੀਕ ਆ। ਐਡਰੈਸ ਦੇ ਤਾਂ ਚਲੋ ਹੈਗਾ ਹੀ, ਐਡਰੈਸ ਤਾਂ ਇਹਨਾਂ ਨੇ ਸਾਡਾ ਹੀ ਲਿਖਣਾ ਵਾ। ਹਾਂਜੀ, ਉਹਦਾ ਐਡਰੈਸ ਵੀ ਵਿੱਚ ਪਿਆ ਹੋਇਆ, ਉਹਦੇ ਐਡਰੈਸ ਤੇ ਨਹੀਂ ਲਿਖਿਆ ਉਹਨਾਂ ਨੇ। ਹਾਂਜੀ ਹਾਂ, ਬੇਟਾ ਲੱਗ ਰਹਿੰਦਾ ਜੀ 4 ਸਾਲ ਤੋਂ। ਇਹ ਵੀ ਬੇਟੀ ਵੀ ਪਹਿਲਾਂ ਲੱਗ ਰਹਿ ਰਹੀ ਸੀ ਸਾਡੀ, ਇਹ ਵੀ ਬੇਟੀ ਆ, ਪੂਰੀ ਬੇਟੀ ਆ। ਇਹ ਨਹੀਂ ਹੈਗਾ ਵੀ ਸਾਡੀ ਬੇਟੀ ਨਹੀਂ, ਪਰ ਹੁਣ ਇਹ ਆਪਸ ਦੇ ਵਿੱਚ ਲੜੀ ਭਿੜੀ ਜਾਂਦੇ, ਸਾਨੂੰ ਪਰੇਸ਼ਾਨ ਕਰ ਰਹੇ। ਅਸੀਂ ਤਾਂ ਆਪ ਘਰੋਂ ਬਾਹਰ ਰਹਿ ਰਹੇ। ਉਹ ਪਤਾ ਵੀਡੀਓ ਦਾ ਠੀਕ ਆ, ਚਲੋ ਸ਼ੋਅ ਕਰਤੀ, ਜਿਵੇਂ ਵੀ ਹੈ ਲੜਾਈ ਝਗੜਾ ਕਰਤਾ ਸ਼ੋਅ, ਤਾਂ ਲੱਗ ਪਹਿਲਾਂ ਦੀ ਹੈਗੀ ਹੀ ਨਹੀਂ ਜੀ ਵੀਡੀਓ, ਸਾਰਾ ਕੁਝ ਹੋਊਗਾ ਇਹਨਾਂ ਕੋਲੇ ਲੈ ਕੇ, ਜੋ ਵੀ ਹੈ ਠੀਕ ਆ। ਤੁਸੀਂ ਤਾਂ ਗੱਲ ਲੈਣੀ ਆ, ਪਰ ਹੁਣ ਇਹਨਾਂ ਨੂੰ ਹੁਣ ਮੈਂ ਕੀ ਸਮਝਾਵਾਂ ਜੀ, ਜਦੋਂ ਸਮਝਣ ਨੂੰ ਕੋਈ ਤਿਆਰ ਹੀ ਨਹੀਂ। ਕੋਲੇ ਖੜੀ ਹੋਣੀ ਆ, ਇਹਨੂੰ ਪੁੱਛੋ ਕਿ ਇਹਦੇ ਮੈਂ ਪੈਰੀ ਹੱਥ ਤੱਕ ਵੀ ਲਾਏ ਆ ਬੇਟੀ ਦੇ ਆਪਣੀ ਦੇ, ਵੀ ਤੂੰ ਲక్ష్ਮੀ ਆ ਸਾਡੇ ਘਰ ਦੀ ਜੀ। ਲੇਕਿਨ ਹੁਣ ਤੁਹਾਡੇ ਸਾਹਮਣੇ ਖੜੀ ਹੋਣੀ ਹੈ, ਪੁੱਛੋ ਵੀ ਤੇਰੇ ਫਾਦਰ ਨੇ ਪੈਰੀ ਹੱਥ ਲਾਏ ਕਿ ਨਹੀਂ ਲਾਏ? ਹਾਂਜੀ, ਕਿਉਂ ਤੁਸੀਂ ਬੇਟਾ ਲੜਦੇ ਹੋ, ਕਿਉਂ ਲੜਦੇ? ਲੇਕਿਨ ਸਰ ਜਦੋਂ ਪੈਰੀ ਹੱਥ ਲਾਈ ਲੇ, ਤੁਸੀਂ ਲਾਏ ਨੇ ਪੈਰੀ ਹੱਥ, ਚਲੋ ਮੈਂ ਮਾਫੀ ਮੰਗਦਾ ਵਾਂ, ਲੇਕਿਨ ਇਸ ਧੀ ਦੇ ਹੱਥ ਚਲੋ ਮੈਂ ਤਾਂ ਸਮਝਾ ਹੀ ਸਕਦਾ ਜੀ ਉਹਨੂੰ ਵੀ, ਕੁੱਤੇ ਨੂੰ। ਇਹ ਸਾਡੀ ਬੇਟੀ ਹੈ, ਇਹਦੇ ਲਈ ਆਪਾਂ ਲਫ਼ਜ਼ ਨਹੀਂ ਕੋਈ ਗਲਤ ਬੋਲ ਸਕਦੇ। ਬੇਟੀ ਆ, ਮੇਰੀਆਂ ਵੀ ਬੇਟੀਆਂ ਨੇ। ਹਾਂਜੀ ਹਾਂਜੀ, 2 ਮੇਰੀਆਂ ਖੁਦ ਬੇਟੀਆਂ ਨੇ। ਕਿਉਂ ਨਹੀਂ ਕਰਦੇ ਜੀ? ਅਸੀਂ ਤਾਂ ਆਪ ਹੀ ਸਾਰਾ ਡਬਲ ਬਿਮਾਰ ਹੋ ਗਏ। ਅਸੀਂ ਤਾਂ ਆਪ ਇਹਨਾਂ ਨੂੰ ਸਾਰਾ ਸਮਝਾ ਕੇ ਮੁੰਡੇ ਨੂੰ, ਇਹਨਾਂ ਨੂੰ ਮੈਂ ਆਪ ਕਹਿੰਦਾ ਵਾ ਵੀ ਬੇਟਾ ਤੁਸੀਂ ਥੋੜਾ ਸ਼ਾਂਤ ਰਹੋ, ਸ਼ਾਂਤੀ ਨਾਲ ਗੱਲ ਕਰਾ, ਬੱਚਿਆਂ ਨੂੰ ਮਿਲਾ, ਬੱਚਿਆਂ ਨੂੰ ਮਿਲ, ਤੂੰ ਫੋਨ ਕਰ। ਮੈਂ ਤਾਂ ਆਪ ਇਹਨਾਂ ਨੂੰ ਕਹਿੰਦਾ, ਅਸੀਂ ਕਦੋਂ ਕਹਿੰਦੇ ਵੀ ਨਾ ਹੋ। ਆਪਾਂ ਨੂੰ ਇੰਨੀ ਸਮਝ ਹੀ ਨਹੀਂ ਹੈਗੀ, ਐਵੇਂ ਕੱਲ ਨੂੰ ਕੋਈ ਹੋਰ ਚੱਕਰ
ਮੈਂ ਤਾਂ ਇਹਨੂੰ ਖੁਦ ਫੋਨ ਕਰਦਾ ਰਿਹਾ ਪਿੱਛੇ, ਪੁੱਛ ਲਓ ਜਦੋਂ ਤੁਹਾਡੇ ਤੁਹਾਨੂੰ ਨਾਲ ਕਰਦੇ ਮੇਰੀ ਸੋਹਰਾ ਸਾਹਿਬ ਫੋਨ? ਹਾਂਜੀ ਕਰਦੇ, ਤਾਂ ਹੀ ਤਾਂ ਮੈਂ ਇਹ ਸੋਚ ਰਹੀ ਹਾਂ ਕਿ ਅੱਜ ਮੈਂ ਘਰ ਆਈ ਹਾਂ ਤਾਂ ਫਿਰ ਗੇਟ ਖੋਲੋ ਤੁਸੀਂ, ਜੇ ਕਰਦੇ ਹੋ ਮੈਨੂੰ। ਤੁਹਾਡੇ ਘਰੇ ਹੈ ਨਹੀਂ ਗਏ? ਨਹੀਂ ਹੈ ਤਾਂ ਫਿਰ ਮੈਂ ਫੋਨ ਵੀ ਕੀਤਾ, ਇਵਨ ਮੇਰੇ ਬੇਟੇ ਨੇ ਫੋਨ ਕੀਤਾ, ਕਹਿੰਦੇ ਮੈਂ ਬੇਟਾ ਆ ਰਿਹਾ। ਪੋਤੇ ਨੂੰ ਇਹਨਾਂ ਨੇ 7 ਤਰੀਕ ਨੂੰ ਆਇਆ, ਕਹਿੰਦੇ ਬੇਟਾ ਮੈਂ ਆ ਰਿਹਾ ਤੇਰੇ ਕੋਲ। ਮੈਂ ਇਹ ਸੋਚਿਆ ਕਿ ਸਭ ਕੁਝ ਠੀਕ ਹੋ ਜਾਏਗਾ, ਕਸਮ ਨਾਲ ਮੈਂ ਇਹ ਸਭ ਕੁਝ ਨਹੀਂ ਕਰਨਾ ਚਾਹੁੰਦੀ ਸੀ। ਇੱਕ ਮਿੰਟ, ਮੈਂ ਇਹਨਾਂ ਨੂੰ ਬਿਲਕੁਲ ਆਏ ਨਹੀਂ ਕਿਹਾ ਵੀ ਮੈਂ ਆ ਰਿਹਾ। ਉਹਦਾ ਇਹ ਫੋਨ ਆਇਆ ਸੀ ਵੀ ਦਾਦੂ ਮੈਂ ਪਾਣੀ, ਮੈਂ ਕਿਹਾ ਕੋਈ ਨਹੀਂ ਮੈਂ ਕਹਿਣਾ ਬੇਟਾ। ਅੱਛਾ ਜੀ। ਦੇਖੋ ਇਹਦਾ ਇੱਕ ਕਿਤਾਬ, ਚਾਹੇ ਸਾਡੇ ਮਰਨ ਤੋਂ ਬਾਅਦ ਵੀ ਇਹ ਤਾਂ ਇੱਕ ਲਿਖਿਆ ਹੀ ਜਾਣਾ ਵਾ ਵੀ ਭਾਈ ਭਗਵਾਨ ਦਾਸ ਦਾ ਪੋਤਾ। ਜੀ ਬਿਲਕੁਲ ਬਿਲਕੁਲ ਜੀ, ਇਹਦੇ 'ਚ ਤਾਂ ਕੋਈ ਦੋ ਰਾਇ ਹੈ ਹੀ ਨਹੀਂ ਆ। ਠੀਕ ਆ, ਅਸੀਂ ਚਾਹੁੰਦੇ ਪਰ ਹੁਣ ਇਹਨਾਂ ਨੂੰ, ਮੈਂ ਇਹਨੂੰ ਬੇਟੀ ਨੂੰ ਵੀ ਇੰਨਾ ਸਮਝਾਇਆ ਵੀ ਬੇਟਾ ਈਗੋ ਪ੍ਰੋਬਲਮ, ਇਹਦੇ ਭਰਾ ਨੂੰ ਵੀ ਬਸ ਜਾਨੀ ਕਿ ਕਹਿਣ ਦਾ ਮਤਲਬ ਮੈਂ ਬਿਲਕੁਲ ਥੱਲੇ ਲੱਗ ਕੇ ਪੈਰ ਹੱਥ ਲਾ ਕੇ ਵੀ ਬੇਟਾ ਨਾ ਈਗੋ 'ਚ ਜਾਓ, ਤੁਹਾਡਾ ਆਪਣਾ ਘਰ ਆ, ਪਰਿਵਾਰ ਆ, ਸੰਭਾਲੋ। ਮੈਂ ਇਹਨੂੰ ਪੁੱਛੋ, ਇਹਨੂੰ ਕਿੰਨੀ ਵਾਰ ਕਿਹਾ ਵੀ ਤੂੰ ਭਾਈ ਆਪਣੀ ਮਾਂ ਨਾਲ, ਸੱਸ ਨਾਲ ਕਿ ਮਾਂ ਨਾਲ ਗੱਲ ਕਰਿਆ ਕਰ, ਬੱਚਿਆਂ ਦੀ ਗੱਲ ਕਰਾ। ਆਪੇ ਹੌਲੀ ਹੌਲੀ ਤੁਸੀਂ ਲੜਦੇ ਹੋ, ਐਵੇਂ ਇੱਕ ਦੂਜੇ ਨਾਲ ਤੁਸੀਂ ਆਪਸ 'ਚ ਲੜੀ ਜਾਂਦੇ ਹੋ। ਬੱਚਿਆਂ ਦਾ ਪਿਆਰ, ਮੈਂ ਆਪ ਬੱਚਿਆਂ ਨੂੰ ਲੈ ਕੇ ਆਂਦਾ ਰਿਹਾ, ਛੱਡ ਕੇ ਆਂਦਾ ਰਿਹਾ ਵੀ ਚੱਲ ਭਾਈ ਬੱਚੇ ਨੇ, ਸਾਡੇ ਬੱਚੇ ਨੇ। ਤੁਸੀਂ ਮੰਨੋਗੇ ਰਿਐਲਿਟੀ ਹੈ, ਮੈਂ ਅਗਰ ਪਾਪਾ ਅੱਜ ਤੱਕ ਮੇਰਾ ਟਾਈਮ ਨਿਕਲਿਆ ਨਾ, ਮੈਨੂੰ ਅਗਰ ਇਹ ਕਰਦੇ ਰਹੇ ਤਾਂ ਮੈਂ ਸਭ ਕੁਝ ਉਹਨਾਂ ਦੇ ਅਕੋਰਡਿੰਗ ਕਰਦੀ ਰਹੀ। ਮੈਨੂੰ ਕਹਿੰਦੇ ਬੇਟਾ ਗੱਲ ਕਰਵਾ, ਮੈਂ ਗੱਲ ਕਰਵਾਉਂਦੀ ਰਹੀ ਹਾਂ। ਮੈਂ ਬੱਚਿਆਂ ਦੀ ਪਰ ਉਹ ਫਾਦਰ ਨੇ ਮੈਨੂੰ ਬਲੌਕ ਕੀਤਾ ਹੋਇਆ। ਮੈਂ ਫਿਰ ਪਾਪਾ ਦੇ ਫੋਨ ਤੋਂ ਕਰਵਾਉਂਦੀ ਰਹੀ ਹਾਂ, ਜੋ ਕਹਿੰਦੇ ਰਹੇ ਸਭ ਕੁਝ ਕਰਦੀ ਰਹੀ ਹਾਂ। ਪਰ ਮੈਂ ਕਹਿੰਦੀ ਅੱਜ ਮੈਂ ਵੀ ਕਿਹਾ ਸੀ, ਮੈਂ ਕਿਹਾ ਪਾਪਾ ਅਗਰ ਮੈਂ ਸਹੀ ਤਰੀਕੇ ਨਾਲ ਘਰ ਆ ਜਾਣੀ, ਕਹਿੰਦੇ ਬੇਟਾ ਤੇਰਾ ਘਰ ਹੈ, ਤੂੰ ਜਦੋਂ ਮਰਜ਼ੀ ਆ। ਮੈਂ ਤਾਂ ਹੀ ਇਹੀ ਸੋਚ ਕੇ ਆਈ ਸੀ, ਮੈਂ ਲੜਾਈ ਕਰਨ ਤਾਂ ਆਈ ਨਹੀਂ। ਮੈਂ ਇਹੀ ਸੋਚਿਆ, ਬੈਲ ਮਾਰੀ ਇਹੀ ਉਮੀਦ ਨਾਲ ਕਿ ਮੈਂ ਆਪਣੇ ਬੱਚੇ ਲੈ ਕੇ ਆਈ ਹਾਂ, ਤੁਸੀਂ ਅੰਦਰ ਕਰੋਗੇ। ਪਰ ਮੈਨੂੰ ਕੀ ਪਤਾ ਸੀ ਇਹ ਲੌਕ ਕਰਕੇ ਚਲੇ ਜਾਣਗੇ। ਮੇਰੀ ਸੱਚੀ ਕਹਿ ਰਹੀ, ਅਗਰ ਮੇਰੇ ਨਾਲ ਪਿਆਰ ਨਾਲ ਵੀ ਨਿਬੇੜਦੇ ਤਾਂ ਮੈਂ ਹੱਥ ਜੋੜ ਕੇ ਮਾਫੀ ਵੀ ਮੰਗ ਦੇਣੀ ਹੈ ਜਿੱਥੇ ਗਲਤੀ ਹੈ, ਪਰ ਮੇਰੇ ਨਾਲ ਗੱਲ ਤਾਂ ਕਰਨ। ਬਟਿਆ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਹੋਗੀ। ਤਾਂ ਹੁਣ ਜ਼ਰੂਰ ਅਸੀਂ ਵੀ ਚਾਹਾਂਗੇ ਵੀ ਹੱਲ ਇਸ ਦਾ ਕੁਛ ਨਾ ਕੁਛ ਹੋਵੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਨੇ ਜੁੜੇ ਹੋਏ ਡੇਲੀ ਪੋਸਟ ਦੇ ਨਾਲ। ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।